ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਫੇਸਬੁੱਕ, YouTube, ਇੰਸਟਾਗ੍ਰਾਮ ਦੇ ਸਾਰੇ ਸਰੋਤਿਆਂ ਦਾ। ਦੋਸਤੋ, ਅੱਜ ਦਾ ਜਿਹੜਾ ਲਾਈਵ ਸੈਸ਼ਨ ਆ ਉਹ ਕਈ ਗੱਲਾਂ ਨਾਲ ਸੰਬੰਧਿਤ ਆ। ਆਪਾਂ ਹਰ ਗੱਲ ਨੂੰ ਤਰਤੀਬਵਾਰ ਡਿਸਕਸ ਕਰਦੇ ਜਾਵਾਂਗੇ। ਮੇਰੀ ਕੋਸ਼ਿਸ਼ ਹੋਊਗੀ ਕਿ ਮੈਂ ਹਰ ਪੁਆਇੰਟ ਉਹਦੇ ਵਿੱਚ ਕਵਰ ਕਰਾਂ, ਕਿਉਂਕਿ ਜਦੋਂ ਵੀ ਮੈਂ ਕੋਈ ਸੁਨੇਹਾ ਦੇਣ ਦੇ ਲਈ ਲਾਈਵ ਹੁੰਦਾ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਕੋਈ ਵੀ ਅਪਡੇਟ, ਛੋਟੀ ਤੋਂ ਛੋਟੀ ਅਪਡੇਟ ਆਵੇ ਮੇਰੇ ਕੋਲੇ, ਮੈਂ ਤੁਹਾਨੂੰ ਨਾਲ ਦੀ ਨਾਲ ਦੱਸਾਂ। ਉਹਦੇ ਪਿੱਛੇ ਕਾਰਨ ਇਹ ਹੈ ਕਿ ਪੈਨਿਕ ਦਾ ਮਾਹੌਲ ਹੈ ਇਸ ਵਕਤ। ਹਰ ਸਟੂਡੈਂਟ ਇਸ ਪੱਧਰ ਦੇ ਉੱਤੇ, ਕੈਂਡੀਡੇਟ ਇਸ ਪੱਧਰ ਦੇ ਉੱਤੇ ਡਰਿਆ ਹੋਇਆ ਕਿ ਕਿਸੇ ਨੂੰ ਕਿਊਬਿਕ ਦੇ ਵਿੱਚ ਕੇਸ 1 ਸਾਲ ਤੋਂ ਲੱਗਿਆ ਹੋਇਆ, ਉਹਦਾ ਰਿਜ਼ਲਟ ਨਹੀਂ ਆ ਰਿਹਾ। ਓਪਨ ਵਰਕ ਪਰਮਿਟ ਵਾਲੇ ਕੈਂਡੀਡੇਟਸ ਦਾ 1 ਸਾਲ ਤੋਂ ਰਿਜ਼ਲਟਸ ਪਏ ਨੇ ਪੈਂਡਿੰਗ, ਉਹ ਡਰੇ ਹੋਏ ਨੇ। ਬੱਚਿਆਂ ਦੇ ਵੀਜ਼ਾ ਲੱਗ ਕੇ ਆ ਗਏ ਨੇ, ਜਦੋਂ ਏਅਰਪੋਰਟ 'ਤੇ ਪਹੁੰਚਦੇ ਨੇ ਇਨਵੈਲਿਡ ਡਾਕੂਮੈਂਟੇਸ਼ਨ ਕਰਕੇ ਵਾਪਸ ਹੋਣਾ ਪੈ ਰਿਹਾ। ਕਈ ਚੀਜ਼ਾਂ ਇਕੱਠੀਆਂ ਹੋ ਗਈਆਂ ਦੋਸਤੋ। ਇੱਕ ਪਿਛਲੇ ਸਾਲ ਦੀ ਜੋ ਬਿਮਾਰੀ ਨੇ, ਜੋ ਫੈਲੀ ਹੋਈ ਮਹਾਮਾਰੀ, ਉਹਨੇ ਸਾਡੇ ਜੀਵਨ ਨੂੰ ਇੱਕ ਵਾਰੀ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਕੀਤਾ, ਚਾਹੇ ਉਹ ਫਾਈਨੈਂਸ਼ੀਅਲੀ ਆ, ਚਾਹੇ ਉਹ ਮੈਂਟਲੀ ਆ। ਅਸੀਂ ਹਰ ਪੱਖ ਤੋਂ ਕਾਫੀ ਡਿਸਟਰਬ ਹੋ ਚੁੱਕੇ ਹਾਂ। ਕੋਈ ਇੱਕ ਜਣਾ ਡਿਸਟਰਬ ਨਹੀਂ ਆ ਦੋਸਤੋ। ਇੱਕ 5 ਸਟਾਰ ਹੋਟਲ ਦਾ ਮਾਲਕ ਤੇ ਉਸ 5 ਸਟਾਰ ਹੋਟਲ ਦੇ ਵੇਟਰ ਤੋਂ ਲੈ ਕੇ ਕੋਈ ਛੋਟੀ ਦੁਕਾਨਦਾਰ ਤੋਂ ਲੈ ਕੇ ਇੱਕ ਚੰਗੇ ਵੱਡੇ ਸ਼ੋਰੂਮ ਦੇ ਮਾਲਕ ਤੱਕ ਹਰ ਬੰਦਾ ਪੈਨਿਕ ਆ। ਤੁਸੀਂ ਕੈਨੇਡਾ ਜਾ ਰਹੇ ਹੋ, ਤੁਹਾਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤੁਸੀਂ ਕੈਨੇਡਾ ਤੋਂ ਆ ਰਹੇ ਹੋ, ਫਿਰ ਵੀ ਤੁਹਾਨੂੰ ਹਜ਼ਾਰਾਂ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਇਸ ਪੈਨਿਕ ਦੇ ਮਾਹੌਲ ਨੂੰ ਕੰਟਰੋਲ ਕਰਨ ਦਾ ਦੋਸਤੋ ਇੱਕੋ ਇੱਕ ਤਰੀਕਾ ਆ, ਮੰਨ ਲੈਣਾ, ਐਕਸੈਪਟ ਕਰ ਲੈਣਾ। ਐਕਸੈਪਟੈਂਸ ਪਾਵਰ ਵਧਾਉਣੀ ਪਊਗੀ ਹੁਣ ਸਾਨੂੰ। ਜੋ ਡਿਸਟਰਬੈਂਸ ਚੱਲ ਰਹੀ ਆ, ਇਹ ਕਿਸੇ ਦੇ ਵੱਸ ਨਹੀਂ ਆ। ਇਹ ਸਰਕਾਰਾਂ ਦੇ ਫੈਸਲੇ ਨੇ। ਇਹ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਬਿਮਾਰੀ ਨੂੰ ਰੋਕਣ ਦੀ, ਠੱਲ ਪਾਉਣ ਲਈ, ਜਾਂ ਕਿਸੇ ਵੀ ਤਰੀਕੇ ਦਾ ਜੋ ਵੀ ਉਹਨਾਂ ਦਾ ਇੰਟਰਨਲ ਇਸ਼ੂ ਆ, ਉਹਨੂੰ ਤਰੀਕੇ ਨਾਲ ਸੋਲਵ ਕਰਨ ਦੇ ਲਈ ਜੋ ਇੰਸਟਰਕਸ਼ਨ ਸਾਡੇ 'ਤੇ ਮੜ ਦਿੱਤੀਆਂ ਜਾਂਦੀਆਂ ਨੇ ਜਾਂ ਸਾਨੂੰ ਕਹਿ ਦਿੱਤੀਆਂ ਜਾਂਦੀਆਂ ਨੇ ਬੋਲ ਕੇ, ਲਿਖਤੀ ਰੂਪ ਦੇ ਵਿੱਚ, ਉਹ ਸਾਨੂੰ ਫੋਲੋ ਕਰਨੀਆਂ ਪੈਂਦੀਆਂ ਨੇ। ਪਿਛਲੇ ਸਮੇਂ ਦੌਰਾਨ PPRs ਰਿਕੁਐਸਟ ਰੈਗੂਲਰ ਆਉਣੀਆਂ ਸ਼ੁਰੂ ਹੋ ਗਈਆਂ। ਇਨ ਟਾਈਮ ਪਾਸਪੋਰਟ ਜਾਂਦਾ ਸੀ, ਇਨ ਟਾਈਮ ਪਾਸਪੋਰਟ ਵਾਪਸ ਆਉਂਦਾ ਸੀ। ਇੱਕੋ ਦਮ ਦਿੱਲੀ ਹਾਈ ਕਮਿਸ਼ਨ ਨੇ ਕਿ PPR ਰਿਕੁਐਸਟ ਨੂੰ ਲੈ ਕੇ VAC ਨੇ, VCA ਨੇ, VFS ਗਲੋਬਲ ਨੇ ਇੱਕ ਨਵੇਂ ਇੰਸਟਰਕਸ਼ਨ ਜਾਰੀ ਕਰਤੀਆਂ ਕਿ ਹੁਣ ਅਸੀਂ ਪਾਸਪੋਰਟ ਨਹੀਂ ਚੱਕਾਂਗੇ। ਕੱਲ੍ਹ ਹੀ ਮੈਂ ਇਸ ਵਿਸ਼ੇ 'ਤੇ ਪਰਸੋਂ ਲਾਈਵ ਹੋਇਆ ਸੀ। ਕਿਉਂ? ਉਹ ਵੀ ਇਹ ਮਜਬੂਰ ਨੇ। ਦਿੱਲੀ ਦੇ ਵਿੱਚ ਲੋਕਡਾਊਨ ਲੱਗਿਆ, ਸਾਰਾ ਕੰਮ ਦਿੱਲੀ ਤੋਂ ਹੋਣਾ, ਹੁਣ ਸਾਨੂੰ ਰੁਕਣਾ ਪਊਗਾ। ਇਹਦਾ ਹੁਣ ਕੋਈ ਹੱਲ ਨਹੀਂ, ਰੁਕਣਾ ਹੀ ਪਊਗਾ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਇੰਸਟਰਕਸ਼ਨ ਨੂੰ ਬਾਈਪਾਸ ਕਰ ਸਕਦੇ ਹੋ ਤਾਂ ਤੁਸੀਂ ਸਾਨੂੰ ਦੱਸੋ, ਅਸੀਂ ਉਸ ਤਰੀਕੇ ਨਾਲ ਬਾਈਪਾਸ ਕਰਾਂਗੇ। ਪਰ ਦੋਸਤੋ, ਹੁਣ ਇਸ ਪੈਨਿਕ ਦੇ ਮਾਹੌਲ ਨੂੰ ਕੰਟਰੋਲ ਕਰਨ ਦਾ, ਆਪਦੇ ਪੈਨਿਕ ਨੂੰ ਕੰਟਰੋਲ ਕਰਨ ਦਾ ਇੱਕੋ ਇੱਕ ਤਰੀਕਾ ਕਿ ਤੁਸੀਂ ਇਸ ਚੀਜ਼ ਨੂੰ ਮੰਨ ਲਓ ਕਿ ਡਿਸਟਰਬੈਂਸ ਚੱਲ ਰਹੀ ਆ। ਇਸ ਡਿਸਟਰਬੈਂਸ, ਸਾਰੀਆਂ ਡਿਸਟਰਬੈਂਸ ਅੱਡ ਲੈਵਲ 'ਤੇ ਅਲੱਗ-ਅਲੱਗ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਕੇ ਹੀ ਅੱਗੇ ਵਧਣਾ ਪਊਗਾ। ਚਾਹੇ ਤੁਸੀਂ ਕੈਨੇਡਾ ਜਾ ਰਹੇ ਹੋ, ਚਾਹੇ ਤੁਸੀਂ ਕੈਨੇਡਾ ਦਾ ਕੇਸ ਅਪਲਾਈ ਕਰ ਰਹੇ ਹੋ, ਚਾਹੇ ਤੁਹਾਡਾ ਕੇਸ ਅਪਲਾਈ ਕੀਤਾ ਹੋਇਆ। ਦੋਸਤੋ, ਇਸ ਲੈਵਲ 'ਤੇ ਕੁਐਸ਼ਨਿੰਗ ਬਾਰ-ਬਾਰ ਕੀਤੀ ਜਾਂਦੀ ਹੈ ਸਟੂਡੈਂਟਸ ਵੱਲੋਂ ਕਿ ਕਿਊਬਿਕ ਨੂੰ ਲੈ ਕੇ। ਮੈਂ ਅੱਜ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਦੋਸਤੋ, ਜੇ ਮੈਨੂੰ ਕਿਊਬਿਕ ਦੇ ਇੰਟਰਨਲ ਮੈਟਰ ਦਾ ਇਸ ਲੈਵਲ ਤੱਕ ਪਤਾ ਹੋਵੇ ਕਿ ਉਹ ਕਦੋਂ ਤੱਕ ਸੌਰਟ ਆਊਟ ਹੋ ਕੇ ਕਦੋਂ ਹਾਈ ਕਮਿਸ਼ਨ ਉਹਦੇ ਰਿਜ਼ਲਟ ਦੇਣੇ ਸ਼ੁਰੂ ਕਰ ਦੂਗਾ, ਕੀ ਮੈਂ ਲੁਕੋ ਕੇ ਰੱਖੂੰਗਾ ਤੁਹਾਡੇ ਤੋਂ? ਕੀ ਮੈਂ ਆਪਦੇ ਕੈਂਡੀਡੇਟਸ ਤੋਂ ਲੁਕੋ ਕੇ ਰੱਖੂੰਗਾ? ਨਹੀਂ, ਪਹਿਲੇ ਨੰਬਰ 'ਤੇ ਦੱਸੂੰਗਾ ਮੈਂ। ਹਰ ਕੋਈ ਇਹੀ ਕਰੂਗਾ, ਆਪਦੇ ਕਲਾਇੰਟ ਨੂੰ ਇੱਕ ਸਹੀ ਇਨਫੋਰਮੇਸ਼ਨ ਦਊਗਾ ਕਿ ਇੰਨੇ ਟਾਈਮ ਦੇ ਵਿੱਚ ਵੀਜ਼ਾ ਸਟੈਂਪ ਹੋ ਕੇ ਆ ਜਾਊਗਾ ਜਾਂ ਇੰਨੇ ਟਾਈਮ ਦੇ ਵਿੱਚ ਰਿਜ਼ਲਟ ਆ ਜਾਊਗਾ। ਪਰ ਅਸੀਂ ਮਜਬੂਰ ਹਾਂ, ਸਾਡੇ ਕੋਲੇ ਵੀ ਉਹ ਇਨਫੋਰਮੇਸ਼ਨ ਨਹੀਂ ਗੀ। ਇਨਫੋਰਮੇਸ਼ਨ ਇੰਟਰਨਲ ਆ, ਹਾਈ ਕਮਿਸ਼ਨ ਨੂੰ ਪਤਾ ਉਹਦੇ ਬਾਰੇ, ਉਹ ਕਦੋਂ ਉਸ ਚੀਜ਼ 'ਤੇ ਫੈਸਲਾ ਲੈਣਗੇ। ਪਰ ਦੋਸਤੋ, ਕਿਊਬਿਕ ਵਾਲੇ ਬੱਚਿਆਂ ਨੂੰ ਮੈਂ ਫਿਰ ਦੁਬਾਰੇ ਬੇਨਤੀ ਕਰਨਾ ਚਾਹੁੰਦਾ, ਜਿਹੜੇ ਬੱਚੇ ਵਿਡਰੋ ਕਰਵਾਉਣ ਦੇ ਲਈ ਕਾਹਲੇ ਹੋਏ ਨੇ ਦੋਸਤੋ, ਇੰਟੈਂਸ਼ਨਸ ਦੇ ਉੱਤੇ ਅਸਰ ਪਾਊਗੀ ਇਹ ਚੀਜ਼ ਤੁਹਾਡੇ। ਜੇ ਤੁਸੀਂ ਵਿਡਰੋ ਕਰਾ ਕੇ ਜਾਂ ਹੋਰ ਆਫਰ ਲੈਟਰ ਲੈ ਕੇ ਫਾਈਲ ਦੇ ਵਿੱਚ ਅਪਲੋਡ ਕਰਦੇ ਆ, ਵੀਜ਼ਾ ਆਫਿਸਰ ਨੂੰ ਤੁਹਾਡੀਆਂ ਪੜ੍ਹਾਈ ਦੀਆਂ ਇੰਟੈਂਸ਼ਨਸ 'ਤੇ ਜੇ ਸ਼ੱਕ ਇੱਕ ਵਾਰੀ ਹੁੰਦਾ ਤਾਂ ਪਰਪਸ ਆਫ ਵਿਜ਼ਿਟ 'ਤੇ ਰਿਫਿਊਜ਼ਲ ਦੇ ਚਾਂਸਸ ਬਹੁਤ ਹਾਈ ਹੋ ਜਾਣਗੇ। ਇਹ ਮੇਰੀ ਸੋਚ ਆ। ਹੋ ਸਕਦਾ ਮੇਰੇ ਨਾਲੋਂ ਜਿਹੜੇ ਜ਼ਿਆਦਾ ਸੁਪੀਰੀਅਰ ਇਮੀਗ੍ਰੇਸ਼ਨ ਕੰਸਲਟੈਂਟਸ ਨੇ, ਸਟੱਡੀ ਵੀਜ਼ਾ ਕੰਸਲਟੈਂਟਸ ਨੇ, ਉਹਨਾਂ ਦੀ ਸੋਚ ਕੁਝ ਹੋਰ ਹੋਵੇ। ਉਹਨਾਂ ਦੀ ਸੋਚ ਜਾਣਨ ਦੇ ਲਈ ਤੁਸੀਂ ਉਹਨਾਂ ਦਾ ਪੇਜ ਜ਼ਰੂਰ ਵਿਜ਼ਿਟ ਕਰੋ, ਦੇਖੋ ਉਹ ਕੀ ਕਹਿੰਦੇ ਨੇ। ਪਰ ਮੇਰੀ ਇਹ ਪਰਸਨਲ ਸੋਚ ਆ ਕਿ ਕਿਊਬਿਕ ਵਾਲੇ ਬੱਚੇ ਜਿੱਥੇ ਖੜੇ ਨੇ ਉੱਥੇ ਬੈਠੇ ਰਹਿਣ। ਪਰ ਪ੍ਰੋਬਲਮ ਕਿੱਥੇ ਆਉਂਦੀ ਹੈ? ਜਦੋਂ ਅਸੀਂ ਇਹ ਸੋਚ ਕੇ ਚੱਲਦੇ ਹਾਂ ਕਿ ਸਾਡਾ ਕੇਸ ਲੱਗੇ ਨੂੰ 1 ਸਾਲ ਹੋ ਗਿਆ। ਦੋਸਤੋ, ਪਿਛਲਾ 1 ਸਾਲ ਤਾਂ ਸਾਰਿਆਂ ਲਈ ਡਿਸਟਰਬੈਂਸ ਵਾਲਾ ਸੀ। ਚਾਹੇ ਉਹ ਤੁਸੀਂ ਕਿਊਬਿਕ ਪੜ੍ਹਨ ਚੱਲੇ ਸੀ, ਤੁਸੀਂ ਚਾਹੇ ਬਰੈਂਪਟਨ, ontario 'ਚ ਪੜ੍ਹਨ ਚੱਲੇ ਸੀ, ਤੁਸੀਂ ਚਾਹੇ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਪੜ੍ਹਨ ਚੱਲੇ ਸੀ।
ਇਸ ਲਈ ਉਹ ਪਿਛਲੇ ਸਾਲ ਨੂੰ ਤਾਂ ਗਿਣੋ ਨਾ। ਰਿਜ਼ਲਟਸ ਦੀ ਜਿਹੜੀ ਤੇਜ਼ੀ ਆਈ ਆ ਉਹ ਜਨਵਰੀ ਤੋਂ ਆਈ ਆ। ਜਨਵਰੀ ਉਦੋਂ ਪਹਿਲਾਂ ਜਿਹੜੀ ਕਿਊਬੈਕ ਗਵਰਨਮੈਂਟ ਨੇ ਆਪਦੇ ਕਾਲਜਸ ਦੀ ਜੋ ਆਡਿਟ ਸ਼ੁਰੂ ਕੀਤੀ ਸੀ ਉਹਦੇ ਕਰਕੇ ਉਹ ਡਿਲੇ 'ਚ ਨੇ। ਆਪਾਂ ਜੇ ਨਾ 2-3 ਮਹੀਨਿਆਂ ਨੂੰ ਹੀ ਡਿਲੇ ਮੰਨਾਂਗੇ ਤਾਂ ਤੁਹਾਡੀ ਆਟੋਮੈਟਿਕਲੀ ਜਿਹੜੇ ਪੈਨਿਕ ਵਾਲਾ ਦਾਹਰ ਆ ਉਹ ਘਟ ਜੂਗੀ। ਤੁਹਾਨੂੰ ਇਹ ਲੱਗੂਗਾ ਕਿ 2 ਮਹੀਨੇ ਡਿਲੇ ਹੋਇਆ, ਜੇ 1 ਸਾਲ ਮਗਰਲਾ ਗਿਣੋਗੇ ਫਿਰ 1.5 ਸਾਲ ਤੇ ਚਲੀ ਜਾਊਗੀ ਗੱਲ। ਸੋ ਦੋਸਤੋ, ਇਹ ਹੁਣ ਚੀਜ਼ਾਂ ਜਿਹੜੀਆਂ ਨੇ ਇਹ ਆਪਾਂ ਨੂੰ ਆਪਦੇ ਸਬਕੌਂਸ਼ੀਅਸ ਮਾਈਂਡ ਨੂੰ ਤੇ ਆਪਦੇ ਦਿਮਾਗ ਨੂੰ ਸਮਝਾਉਣੀਆਂ ਪੈਣਗੀਆਂ ਕਿ ਕੁਝ ਚੀਜ਼ਾਂ ਦੇ ਸਵਾਲ ਤੇ ਕੁਝ ਚੀਜ਼ਾਂ ਦੇ ਹੱਲ ਕਿਸੇ ਕੋਲ ਵੀ ਨਹੀਂ ਨੇ। ਉਹਨਾਂ ਦਾ ਹੱਲ ਸਮਾਂ ਪਾ ਕੇ ਹੀ ਨਿਕਲਣਾ ਆ। ਉਹਨਾਂ ਦਾ ਹੱਲ ਆਪਾਂ ਨੂੰ ਟੇਬਲ ਤੇ ਬੈਠ ਕੇ ਗੱਲਬਾਤ ਕਰਕੇ ਹੀ ਕੱਢਿਆ ਜਾਊਗਾ। ਬਾਰ-ਬਾਰ ਹਰੇਕ ਇਮੀਗ੍ਰੇਸ਼ਨ ਕੰਸਲਟੈਂਟ ਦੇ ਪੇਜ ਤੇ ਇੱਕੋ ਤਰ੍ਹਾਂ ਦੇ ਸਵਾਲ ਛੱਡ ਕੇ ਉਹਦਾ ਕੋਈ ਹੱਲ ਨਹੀਂ। ਜਦੋਂ ਰਿਜ਼ਲਟਸ ਆਉਣੇ ਸ਼ੁਰੂ ਹੋ ਗਏ, ਤੁਹਾਨੂੰ ਪੁੱਛਣਾ ਵੀ ਨਹੀਂ ਪਾਉਣਾ ਕਿ ਰਿਜ਼ਲਟਸ ਆਉਣੇ ਸ਼ੁਰੂ ਹੋ ਗਏ, ਅਸੀਂ ਆਪ ਹੀ ਦੱਸ ਦੇਣਾ ਤੁਹਾਨੂੰ ਸਾਰਿਆਂ ਨੂੰ। ਦੂਸਰੀ ਗੱਲ, ਜਿਹੜੇ ਓਪਨ ਵਰਕ ਪਰਮਿਟ ਵਾਲੇ ਕੈਂਡੀਡੇਟਸ ਨੇ ਦੋਸਤੋ, ਉਹਨਾਂ ਲਈ ਵੀ ਇਹੀ ਮੇਰੀ ਬੇਨਤੀ ਆ ਕਿ ਹਾਈ ਕਮਿਸ਼ਨ ਨੇ ਉਹ ਕੇਸ ਕਦੋਂ ਚੱਕਣੇ ਨੇ, ਹਾਈ ਕਮਿਸ਼ਨ ਕਦੋਂ ਉਹਨਾਂ ਕੇਸਾਂ ਦੇ ਉੱਤੇ ਵਰਕਆਊਟ ਕਰਨਾ ਸ਼ੁਰੂ ਕਰੂਗਾ, ਇਹ ਸਿਰਫ ਤੇ ਸਿਰਫ ਹਾਈ ਕਮਿਸ਼ਨ ਜਾਣਦਾ। ਇਹ ਕਿਸੇ ਵੀ ਇਮੀਗ੍ਰੇਸ਼ਨ ਸਟੱਡੀ ਵੀਜ਼ਾ ਜਾਂ ਤੁਹਾਡੇ ਕੈਰੀਅਰ ਕਾਉਂਸਲਰ ਨੂੰ ਨਹੀਂ ਪਤਾ ਇਸ ਚੀਜ਼ ਬਾਰੇ। ਆਪਣਾ ਕੰਮ ਫਾਈਲ ਨੂੰ ਲੌਜ ਕਰਨ ਤੱਕ ਹੀ ਰਹਿ ਜਾਂਦਾ ਆ। ਉਸ ਤੋਂ ਬਾਅਦ ਜਿਹੜਾ ਵੀ ਫੈਸਲਾ ਹਾਈ ਕਮਿਸ਼ਨ ਨੇ ਲੈਣਾ, ਉਹਨਾਂ ਨੇ ਆਪਦੀ ਮਰਜ਼ੀ ਨਾਲ ਆਪਦੇ ਹਿਸਾਬ ਦੇ ਨਾਲ ਲੈਣਾ। ਉਹਨੂੰ ਆਪਾਂ ਡਿਸਟਰਬ ਨਹੀਂ ਕਰ ਸਕਦੇ ਉਸ ਫੈਸਲੇ ਨੂੰ। ਉਸ ਫੈਸਲੇ ਦੇ ਵਿੱਚ ਆਪਾਂ ਕੋਈ ਵੀ ਹਿੰਡਰੈਂਸ ਕ੍ਰੀਏਟ ਨਹੀਂ ਕਰ ਸਕਦੇ, ਨਾ ਹੀ ਕਰਨੀ ਚਾਹੀਦੀ ਆ। ਕਿਉਂਕਿ ਜਦੋਂ ਹਾਈ ਕਮਿਸ਼ਨ ਨੇ ਕੋਈ ਵੀ ਕੰਮ ਕਰਨਾ ਸ਼ੁਰੂ ਕੀਤਾ, ਚਾਹੇ ਦੁਬਾਰਾ ਕੰਮ ਨੂੰ ਲੀਹ 'ਤੇ ਲਿਆਉਣ ਦੀ ਕੋਸ਼ਿਸ਼ ਸੀ, ਚਾਹੇ ਦੁਬਾਰਾ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਸੀ, ਉਹਨਾਂ ਨੇ ਪਹਿਲੇ ਨੰਬਰ 'ਤੇ ਇਹ ਸਾਡੇ 'ਤੇ ਟਵੀਟ ਕਰਕੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਸਟਾਫ ਘੱਟ ਹੋਣ ਕਰਕੇ ਅਨਐਕਸਪੈਕਟਡ ਡਿਲੇਜ਼ ਰਹਿਣਗੀਆਂ। ਹੁਣ ਚਾਹੇ ਤੁਸੀਂ ਉਹਨਾਂ ਨੂੰ 10 ਈਮੇਲਾਂ ਕਰੋ, ਚਾਹੇ ਤੁਸੀਂ 50 ਉਹਨਾਂ ਨੂੰ ਈਮੇਲਾਂ ਕਰੋ, ਉਹਨਾਂ ਨੇ ਰਿਜ਼ਲਟ ਉਦੋਂ ਹੀ ਦੇਣਾ ਜਦੋਂ ਦੇਣਾ। ਸੋ ਇਹ ਚੀਜ਼ਾਂ ਆਪਾਂ ਨੂੰ ਮਨ 'ਚ ਵਸਾ ਕੇ ਚੱਲਣੀਆਂ ਪੈਣਗੀਆਂ। ਇਹ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਪਊਗਾ। ਇਹਨਾਂ ਚੀਜ਼ਾਂ ਦੇ ਉੱਤੇ ਤੁਹਾਨੂੰ ਗੌਰ ਕਰਨੀ ਪਊਗੀ ਕਿ ਇਹੋ ਜਿਹਾ ਪੈਨਿਕ ਆਪਾਂ ਕ੍ਰੀਏਟ ਨਾ ਹੋਣ ਦੇਈਏ। ਆਪਦੇ ਅੰਦਰ ਹੀ ਪੇਸ਼ੈਂਸ ਬਣਾ ਕੇ ਰੱਖਣਾ ਹੀ ਇੱਕ ਲਾਸਟ ਆਪਸ਼ਨ ਆ ਸਾਡੇ ਕੋਲੇ ਅੱਜ। ਦੂਸਰੀ ਚੀਜ਼, ਉਹਨਾਂ ਬੱਚਿਆਂ ਦੀ ਗੱਲ ਕਰਨ ਜਾ ਰਿਹਾ ਜਿਨ੍ਹਾਂ ਨੂੰ 250 ਦੇ ਕਰੀਬ ਬੱਚੇ ਪਿਛਲੇ 3-4 ਦਿਨਾਂ ਦੇ ਵਿੱਚ ਏਅਰਪੋਰਟ ਦੇ ਉੱਤੋਂ ਮੋੜ ਦਿੱਤੇ ਗਏ ਨੇ। ਦੋਸਤੋ, ਜੇ ਲੱਖ ਰੁਪਏ ਦੇ ਹਿਸਾਬ ਨਾਲ ਵੀ ਲਾ ਕੇ ਚੱਲੀਏ, 25 ਕਰੋੜ ਰੁਪਏ ਦੇ ਹਿਸਾਬ ਦੇ ਨਾਲ ਟਿਕਟਾਂ ਦਾ ਨੁਕਸਾਨ ਹੋ ਗਿਆ। ਦੋਸਤੋ, ਮੇਰੀ ਇਹ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਕਿ ਜਦੋਂ ਆਪਾਂ ਇਹੋ ਜਿਹੇ ਹਾਲਾਤਾਂ ਦੇ ਥਰੂ ਗੁਜ਼ਰ ਰਹੇ ਹੁੰਦੇ ਆ ਨਾ, ਉਦੋਂ ਇੱਕ ਬੜੀ ਅਜੀਬ ਕਿਸਮ ਦੀ ਲੁੱਟ ਮੱਚਦੀ ਆ। ਜਿਹਦੇ ਕੋਲੋਂ ਜਿਸ ਤਰੀਕੇ ਨਾਲ ਵੀ ਪੈਸੇ ਕਿਸੇ ਤੋਂ ਹਥਿਆਏ ਜਾ ਸਕਦੇ ਨੇ, ਹਥਿਆਉਣ ਦੀ ਕੋਸ਼ਿਸ਼ ਕਰਦੇ ਨੇ। ਸਾਡੇ ਤੋਂ ਸ਼ੁਰੂ ਹੋ ਜਾਓ, ਇਮੀਗ੍ਰੇਸ਼ਨ ਕੰਸਲਟੈਂਟਸ ਤੋਂ ਸ਼ੁਰੂ ਹੋ ਜਾਓ, ਉਸ ਤੋਂ ਬਾਅਦ 에ਅਰ ਟਿਕਟਿੰਗ ਵਾਲੇ, ਉਸ ਤੋਂ ਬਾਅਦ ਹੋਟਲ ਜਿੱਥੇ ਤੁਸੀਂ ਕੁਆਰੰਟੀਨ ਹੋਣਾ, ਉਸ ਤੋਂ ਬਾਅਦ ਹੁਣ ਕਾਲਜ ਵੀ ਵਿੱਚ ਆ ਗਏ ਨੇ। ਕਾਲਜ ਰੋਜ਼ ਨਵੀਂ ਇੱਕ ਘਾਟ ਘੜ ਰਹੇ ਨੇ ਪੈਸੇ ਕਮਾਉਣ ਦੀ। ਜਿਵੇਂ ਪਹਿਲਾਂ ਉਹਨਾਂ ਨੇ ਕਿਹਾ ਸੀ 3 ਦਿਨ ਗਵਰਨਮੈਂਟ ਦਾ ਕੁਆਰੰਟੀਨ ਪਲਾਨ ਲਾਓ, ਉਸ ਤੋਂ ਬਾਅਦ ਤੁਸੀਂ ਆਪ ਦਾ ਜਿੱਥੇ ਜਾ ਕੇ ਰਹਿਣਾ ਉੱਥੇ ਕੁਆਰੰਟੀਨ ਹੋ ਜਾਓ। ਪਰ ਹੁਣ ਕਾਲਜਿਸ ਰੋਜ਼ ਈਮੇਲਾਂ ਕਰ ਰਹੇ ਨੇ ਕਿ ਪਿਛਲੇ 11 ਦਿਨ ਦਾ ਜਿਹੜਾ ਕੁਆਰੰਟੀਨ ਪਲਾਨ ਆ ਉਹ ਕਾਲਜ ਤੋਂ ਲਾਓ। ਕੋਈ $2500 ਮੰਗ ਰਿਹਾ, ਕੋਈ $2800 ਮੰਗ ਰਿਹਾ। ਪਰ ਸਾਡਾ ਇਸ ਵਕਤ ਜਿਹੜੇ ਸਾਡੇ ਹਾਲ ਨੇ ਉਹ ਇਹ ਨੇ ਕਿ ਸੱਪ ਦੇ ਮੂੰਹ 'ਚ ਕੋੜ ਕਰ ਲਈ ਆ। ਅਸੀਂ ਨਾ ਪਿੱਛੇ ਹਟ ਸਕਦੇ ਹਾਂ, ਨਾ ਅੱਗੇ ਹੀ ਵੱਧ ਸਕਦੇ ਹਾਂ। ਹਾਲਾਤ ਇਹ ਜਿਹੇ ਹੋ ਗਏ ਨੇ ਕਿ ਜਿਨ੍ਹਾਂ ਮਾਂ ਪਿਓ ਨੇ ਅੱਗੇ 15-15 ਲੱਖ ਰੁਪਈਆ ਕਰਜ਼ਾ ਚੱਕ ਕੇ ਫੀਸਾਂ ਭਰੀਆਂ ਸੀ, ਹੁਣ ਉਹਨਾਂ ਦੇ ਉੱਤੇ ਇੱਕੋ ਦਮ ਇਹ ਟਿਕਟ ਲੱਖ ਰੁਪਏ ਤੋਂ ਉੱਪਰ ਮਹਿੰਗੀ ਹੋ ਗਈ ਆ। ਤੇ ਜੇ ਕੁਆਰੰਟੀਨ ਪਲਾਨ ਦਾ ਹੀ ਇਕੱਲਾ ਰੇਟ ਦੇਖਿਆ ਜਾਵੇ ਤਾਂ 1.5-2 ਲੱਖ ਰੁਪਈਆ ਉਹ ਬਣ ਗਿਆ ਅਲੱਗ ਤੋਂ। ਹੁਣ ਖੜੇ ਪੈਰ ਤੁਹਾਨੂੰ 3-3, 4-4 ਲੱਖ ਦਾ ਇੰਤਜ਼ਾਮ ਹੋਰ ਕਰਨਾ ਪੈਣਾ। ਪਰ ਸਾਡੇ ਕੋਲੇ ਹੋਰ ਆਪਸ਼ਨ ਵੀ ਕੀ ਆ? ਇਸ ਚੀਜ਼ ਨੂੰ ਬਾਈਪਾਸ ਕਰਨ ਦੀ ਕੋਈ ਆਪਸ਼ਨ ਨਹੀਂ ਦਿੱਤੀ ਸਾਨੂੰ ਗਵਰਨਮੈਂਟ ਨੇ। ਉਹ ਕਹਿੰਦੇ ਇਸ ਥਰੂ ਹੀ ਆਉਣਾ ਪੈਣਾ, ਜੇ ਨਹੀਂ ਕਰਾ ਕੇ ਆਉਂਗੇ $3000 ਜੁਰਮਾਨਾ ਲਾਵਾਂਗੇ ਅਸੀਂ ਤੁਹਾਨੂੰ। ਗਵਰਨਮੈਂਟ ਆ ਭਾਈ, ਕੁਛ ਵੀ ਕਹਿ ਸਕਦੀ ਆ, ਸਾਡੇ ਤੋਂ ਪੁੱਛ ਕੇ ਨਹੀਂ ਕਹਿੰਦੀ, ਨਾ ਤੁਹਾਡੇ ਤੋਂ ਪੁੱਛ ਕੇ ਕੋਈ ਫੈਸਲਾ ਲੈ ਰਹੀ ਹੈ। ਪੰਜਾਬ ਗਵਰਨਮੈਂਟ ਸਾਡੇ ਤੋਂ ਪੁੱਛ ਕੇ ਫੈਸਲਾ ਲੈਂਦੀ ਆ, ਇੰਡੀਆ ਗਵਰਨਮੈਂਟ ਸਾਡੇ ਤੋਂ ਪੁੱਛ ਕੇ ਫੈਸਲਾ ਲੈਂਦੀ ਹੈ। ਉਹ ਤਾਂ ਫਿਰ ਕੈਨੇਡਾ ਦੀ ਗਵਰਨਮੈਂਟ ਆ, ਉਹ ਸਾਡੇ ਤੋਂ ਪੁੱਛ ਕੇ ਫੈਸਲਾ ਕਿਵੇਂ ਲਊਗੀ? ਸੋ ਅਸੀਂ ਉਹਨਾਂ ਦੇ ਮੁਲਕ ਚੱਲੇ ਆ, ਸਾਨੂੰ ਉਹਨਾਂ ਵੱਲੋਂ ਦਿੱਤੀ ਗਈ ਇੰਸਟਰਕਸ਼ਨਸ ਨੂੰ ਫੋਲੋ ਕਰਨਾ ਹੋਊਗਾ। ਹੁਣ ਤੀਸਰਾ ਜਿਹੜਾ ਸਭ ਤੋਂ ਇੰਪੋਰਟੈਂਟ ਪਾਰਟ ਆ ਕਿ ਹਾਈ ਕਮਿਸ਼ਨ ਨੇ ਜਿਹੜੀਆਂ ਇੰਸਟਰਕਸ਼ਨਸ ਪਹਿਲਾਂ ਦੇਣੀਆਂ ਹੁੰਦੀਆਂ, ਉਹ ਜਦੋਂ 200-250 ਬੱਚਾ ਖਰਾਬ ਹੋ ਗਿਆ ਉਸ ਤੋਂ ਬਾਅਦ 'ਚੋਂ ਦੇਣੀਆਂ ਸ਼ੁਰੂ ਕੀਤੀਆਂ ਕਿ ਮੈਡੀਕਲ ਅਪਲੋਡ ਕਰ ਦਿਓ ਜਿਨ੍ਹਾਂ ਦੇ ਮੈਡੀਕਲ ਐਕਸਪਾਇਰ ਹੋਣ ਵਾਲੇ ਨੇ। ਇਹ ਵੀਜ਼ਾ ਆਫਿਸਰ ਦੀ ਰਿਸਪੌਂਸਿਬਿਲਿਟੀ ਬਣਦੀ ਸੀ ਕਿ ਜਦੋਂ ਉਹ ਕੇਸ ਨੂੰ ਡੀਲ ਕਰ ਰਿਹਾ ਸੀ, ਉਹ ਕੇਸ ਦੀ ਜੇ ਮੈਡੀਕਲ ਉਹਨੂੰ ਰਿਕੁਆਇਰਡ ਸੀ ਤਾਂ ਉਹ ਵੀਜ਼ਾ ਸਟਿੱਕਰ ਇਸ਼ੂ ਕਰਨ ਤੋਂ ਪਹਿਲਾਂ ਬੱਚੇ ਤੋਂ ਮੈਡੀਕਲ ਦੀ ਡਿਮਾਂਡ ਕਰਦਾ। ਨਹੀਂ, ਸਟਿੱਕਰ ਲਾ ਕੇ ਪਾਸਪੋਰਟ ਬਾਹਰ ਕੱਢ ਦਿੱਤੇ ਗਏ, ਬੱਚੇ ਵਿਚਾਰੇ ਟਰੈਵਲ ਕਰਨ ਦੇ ਲਈ ਜਾਂਦੇ ਰਹੇ। ਹੁਣ ਉਹਨਾਂ ਨੂੰ ਜਾ ਕੇ ਉੱਥੇ ਦੇਖ ਰਿਹਾ ਕਿ ਤੁਹਾਡਾ ਤਾਂ ਜੀ ਮੈਡੀਕਲ ਇਨਵੈਲਿਡ ਹੈ। ਪਰ ਮੈਂ ਇਹ ਲਾਸਟ 'ਤੇ ਇਹੀ ਗੱਲ ਕਹਿਣੀ ਚਾਹੂੰਗਾ ਤੁਹਾਨੂੰ ਇਸ ਵਿਸ਼ੇ ਦੇ ਉੱਤੇ ਕਿ ਸਿਰਫ ਤੇ ਸਿਰਫ ਮੈਡੀਕਲ ਇਨਵੈਲਿਡ ਨੇ ਦੋਸਤੋ।
ਤੁਹਾਡੇ ਵੀਜ਼ਾਜ਼ ਉਹੀ ਰਹਿਣਗੇ, ਹਾਈ ਕਮਿਸ਼ਨ ਵੱਲੋਂ ਈਮੇਲ ਆ ਚੁੱਕੀ ਆ, ਉਹਨਾਂ ਹੀ ਵੀਜ਼ਾਜ਼ ਨੂੰ ਤੁਹਾਨੂੰ ਐਕਟਿਵ ਕਰ ਦਿੱਤਾ ਜਾਊਗਾ। ਉਸੇ ਵੀਜ਼ਾ ਸਟਿੱਕਰ ਦੇ ਉੱਤੇ ਤੁਸੀਂ ਟਰੈਵਲ ਕਰੋਗੇ। ਸਿਰਫ ਤੇ ਸਿਰਫ ਜਿਹੜੇ ਬੱਚਿਆਂ ਦੇ ਮੈਡੀਕਲ ਹੋਏ ਨੂੰ 1 ਸਾਲ ਹੋ ਗਏ ਨੇ, ਉਹ ਪਲੀਜ਼ ਆਪਦੇ ਮੈਡੀਕਲ ਦੁਬਾਰਾ ਕਰਾ ਕੇ ਹਾਈ ਕਮਿਸ਼ਨ ਨੂੰ, ਹੁਣ ਤਾਂ ਅਪਲੋਡ ਕਰਨ ਦੀ ਵੀ ਨਹੀਂ ਲੋੜ, ਉਹਨਾਂ ਨੇ ਇੰਸਟਰਕਸ਼ਨਸ ਦੇ ਵਿੱਚ ਲਿਖਿਆ ਕਿ ਅਪਲੋਡ ਕਰਨ ਦੀ ਲੋੜ ਨਹੀਂ ਹੈ, ਆਟੋਮੈਟਿਕਲੀ ਹੀ ਡਾਕਟਰ ਸਾਡੇ ਤੁਹਾਡੇ ਪੋਰਟਲ ਦੇ ਉੱਤੇ ਚੜਾ ਦੂਗਾ ਤੇ ਅਸੀਂ ਤੁਹਾਡੇ ਸਟਿੱਕਰ ਨੂੰ ਵੈਲਿਡ ਕਰ ਦੇਵਾਂਗੇ ਤੇ ਤੁਸੀਂ ਟਰੈਵਲ ਕਰ ਜਾਓਗੇ। ਸੋ ਮੇਰੀ ਬੇਨਤੀ ਨੂੰ ਫੇਰ ਦੁਬਾਰਾ ਬੜੇ ਧਿਆਨ ਨਾਲ ਸੁਣਿਓ ਦੋਸਤੋ, ਜਦੋਂ ਇਸ ਕਿਸਮ ਦਾ ਮਾਹੌਲ ਕ੍ਰੀਏਟ ਹੋ ਜਾਵੇ ਨਾ, ਉਦੋਂ ਥਰਮੇ ਤੋਂ ਕੰਮ ਲੈਣਾ ਹੀ ਜ਼ਰੂਰੀ ਹੁੰਦਾ ਆ, ਕਿਉਂਕਿ ਕੋਈ ਵੀ ਐਸੀ ਚੀਜ਼ ਜਿਹੜੀ ਚੀਜ਼ ਅਸੀਂ ਭੱਜ ਕੇ ਫੜਨ ਨੂੰ ਫਿਰਦੇ ਹਾਂ ਉਹ ਨਹੀਂ ਫੜ ਹੋਣੀ ਦੋਸਤੋ। ਅਸੀਂ ਕਦੇ ਕਿਸੇ ਆਫਿਸ 'ਚ ਵੜਦੇ ਹਾਂ, ਕਦੇ ਕਿਸੇ ਆਫਿਸ ਵੜਦੇ ਹਾਂ, ਉਹਦਾ ਕੋਈ ਹੱਲ ਨਹੀਂ ਹੈ। ਉਹ ਚੀਜ਼ਾਂ ਤੁਹਾਨੂੰ ਹੋਰ ਪੈਨਿਕ ਕਰਨਗੀਆਂ, ਕਿਉਂਕਿ ਨਵੀਆਂ ਗੱਲਾਂ ਜਦੋਂ ਸੁਣਨ ਨੂੰ ਮਿਲਣਗੀਆਂ, ਕਿਉਂਕਿ ਸਾਡੀ ਜਿਹੜੀ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਜਿਹੜਾ ਸਾਡਾ ਲੋਕ ਨੇ ਨਾ, ਅਸੀਂ ਜੋ ਕੰਮ ਕਰਨ ਵਾਲੇ ਆ, ਅਸੀਂ ਇੱਕ ਦੂਜੇ ਨੂੰ ਬੜਾ ਚਾਹ ਕੇ ਲੈਂਦੇ ਆ। ਤੁਸੀਂ ਕਿਸੇ ਹੋਰ ਤੋਂ ਕੰਮ ਕਰਾਇਆ, ਮੇਰੇ ਕੋਲੇ ਆਉਂਗੇ, ਮੇਰੀ ਕੋਸ਼ਿਸ਼ ਰਹੂਗੀ ਮੈਂ ਅਗਲੇ ਨੂੰ ਗਲਤ ਠਹਿਰਾਵਾਂ, ਉਹਦੇ ਵਿੱਚ ਤੁਹਾਡਾ ਜਿੰਨਾ ਮਰਜ਼ੀ ਨੁਕਸਾਨ ਹੋ ਜੇ ਮੈਂ ਨਹੀਂ ਸੋਚੂੰਗਾ। ਇਸ ਲਈ ਜਿੱਥੋਂ ਤੁਹਾਡਾ ਕੇਸ ਲੱਗਿਆ ਹੋਇਆ, ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਤੇ ਤੁਸੀਂ ਵਿਸ਼ਵਾਸ ਕਰਕੇ ਉਹਨੂੰ ਉਹਦਾ ਕੇਸ ਦਿੱਤਾ ਹੋਇਆ, ਉਹਦੇ ਤੋਂ ਇੰਸਟਰਕਸ਼ਨਸ ਲਓ, ਉਹਨੂੰ ਪੁੱਛੋ ਅਗਲਾ ਕੀ ਉਹਨਾਂ ਨੇ ਕਦਮ ਚੱਕਣਾ ਚਾਹੀਦਾ ਤੁਹਾਨੂੰ, ਉਹ ਤੋਂ ਪੁੱਛੋ ਤੁਹਾਨੂੰ ਕੀ ਕਹਿ ਰਿਹਾ ਤੇ ਉਸੇ ਇੰਸਟਰਕਸ਼ਨਸ ਨੂੰ ਫੋਲੋ ਕਰੋ। ਜੇ 10 ਬੰਦਿਆਂ ਦੀ ਸਲਾਹ ਲਓਗੇ ਦੋਸਤੋ, ਰਾਤ ਨੂੰ ਨੀਂਦ ਆਉਣੋਂ ਬੰਦ ਹੋ ਜੂਗੀ। ਇਹ ਹੋ ਰਿਹਾ ਇਹ ਅੱਜ ਸਟੂਡੈਂਟਸ ਨਾਲ, ਸਟੂਡੈਂਟਸ ਦੇ ਮਾਪਿਓ ਨਾਲ, ਕਿਉਂਕਿ ਮਾਹੌਲ ਹੀ ਇਹੋ ਜਿਹਾ ਹੋ ਗਿਆ। ਅਸੀਂ ਫਾਈਨੈਂਸ਼ੀਅਲੀ ਟੁੱਟ ਚੁੱਕੇ ਹਾਂ, ਸਾਡੇ ਕਾਰੋਬਾਰ ਨੇ ਖਤਮ ਹੋਣ ਤੇ ਤਦਾਰ ਤੇ ਆ ਚੁੱਕੇ ਨੇ। ਸਭ ਨਾਲ ਇਹ ਹੋ ਰਿਹਾ, ਇਕੱਲੇ ਤੁਹਾਡੇ ਨਾਲ ਨਹੀਂ। ਇਹ ਮੈਂ ਜਿਵੇਂ ਪਹਿਲਾਂ ਦੱਸ ਕੇ ਹਟਿਆ ਕਿ ਇੱਕ ਵੇਟਰ ਤੋਂ ਲੈ ਕੇ 5 ਸਟਾਰ ਹੋਟਲ ਦੇ ਮਾਲਕ ਤੱਕ ਇਹ ਹਾਲਾਤ ਹੋ ਚੁੱਕੇ ਨੇ। ਪਰ ਹੁਣ ਇਹਨਾਂ ਹਾਲਾਤਾਂ ਚੋਂ ਨਿਕਲਣਾ ਪਊਗਾ ਸਾਨੂੰ। ਨਿਕਲਿਆ ਠਰਮੇ ਨਾਲ ਜਾਣਾ। ਇਹ ਕੋਈ ਕਮਰਾ ਨਹੀਂ ਹੈ ਕਿ ਭੱਜ ਕੇ ਗੇਟ ਖੋਲ੍ਹ ਕੇ ਬਾਹਰ ਨਿਕਲ ਜਾਂਗੇ ਤੇ ਪਰਲੇ ਪਾਸੇ ਜਿਹੜਾ ਮਾਹੌਲ ਸਿਖਾਵਾਂ ਮਿਲੂਗਾ ਤੁਹਾਨੂੰ, ਨਹੀਂ। ਹਰ ਜਗ੍ਹਾ ਸੇਮ ਹੀ ਮਾਹੌਲ ਮਿਲਣਾ। ਇੱਥੋਂ ਜਹਾਜ਼ ਚੜ੍ਹ ਜਾਓਗੇ, ਕੈਨੇਡਾ ਜਾ ਕੇ ਨਵੀਆਂ ਮੁਸੀਬਤਾਂ, ਕੈਨੇਡਾ ਉਹ ਮੁਸੀਬਤਾਂ ਨੂੰ ਕਵਰ ਕਰਕੇ ਲੰਘੋਗੇ, ਕਾਲਜ 'ਚ ਜਾ ਕੇ 100 ਤਰ੍ਹਾਂ ਦੀਆਂ ਨਵੀਆਂ ਮੁਸੀਬਤਾਂ, ਕਦੇ ਸਰਵਰ ਡਾਊਨ ਹੋ ਗਏ, ਕਦੇ ਕਲਾਸ ਸਕਿਪ ਹੋ ਗਈ, ਕਦੇ ਰਜਿਸਟ੍ਰੇਸ਼ਨ ਨਹੀਂ ਮਿਲੀ। ਸੋ ਇਹਨਾਂ ਸਾਰੀਆਂ ਚੀਜ਼ਾਂ, ਇਹ ਸਾਰੇ ਵਰਲਡ ਲਈ ਇੱਕ ਨਵਾਂ ਐਕਸਪੀਰੀਅੰਸ ਬਣ ਕੇ ਸਾਡੇ ਮੂਹਰੇ ਆਇਆ। ਕਦੇ ਨਹੀਂ ਕਿਸੇ ਕਾਲਜ ਯੂਨੀਵਰਸਿਟੀ ਨੇ ਸੋਚਿਆ ਸੀ ਕਿ ਇੰਨੇ ਵੱਡੇ ਤਾਦਾਦ ਤੇ ਆਨਲਾਈਨ ਸਿਸਟਮ ਚਲਾਉਣਾ ਪਊਗਾ। ਉਹਨਾਂ ਕੋਲੇ ਐਡੇ ਵੱਡੇ ਪ੍ਰੋਜੈਕਟਸ ਨਹੀਂ ਸੀ ਕਿ ਆਨਲਾਈਨ ਉਹ ਸਾਰਿਆਂ ਨੂੰ ਇੰਨੀ ਵਧੀਆ ਤੇ ਟੌਪ ਕਲਾਸ ਸਰਵਿਸ ਦੇ ਸਕਦੇ। ਪਰ ਗੱਲ ਕੀ ਆ, ਤੁਸੀਂ ਤੇ ਕਲਾਇੰਟ, ਅਸੀਂ ਤੇ ਕਲਾਇੰਟ ਇੱਕ ਦੂਜੇ ਨੂੰ ਮਿਲ ਸਕਦੇ ਹਾਂ। ਨਾ ਅਸੀਂ ਕਾਲਜ ਨੂੰ ਕੁਛ ਕਹਿ ਸਕਦੇ ਹਾਂ, ਨਾ ਅਸੀਂ ਹਾਈ ਕਮਿਸ਼ਨ ਨੂੰ ਕੁਛ ਕਹਿ ਸਕਦੇ ਹਾਂ। ਫਿਰ ਅਸੀਂ ਕੀ ਕਰਦੇ ਹਾਂ, ਅਸੀਂ ਇੱਕ ਦੂਜੇ ਦੇ ਉੱਤੇ ਫਰਸਟ੍ਰੇਸ਼ਨ ਕੱਢਦੇ ਹਾਂ। ਇਸ ਫਰਸਟ੍ਰੇਸ਼ਨ ਕੱਢਣ ਦਾ ਕੋਈ ਮਾਇਨਾ ਨਹੀਂ ਬਣਦਾ, ਕੋਈ ਇਹਨਾਂ ਚੀਜ਼ਾਂ ਦਾ ਹੱਲ ਨਹੀਂ ਨਿਕਲਣਾ। ਹੱਲ ਦੇ ਲਈ ਤੁਹਾਨੂੰ ਲੌਜਿਕ ਸਮਝ ਕੇ ਚੱਲਣਾ ਪੈਣਾ। ਨੇਚਰ ਆਫ ਵਰਕ ਹਾਈ ਕਮਿਸ਼ਨ ਦਾ, ਨੇਚਰ ਆਫ ਵਰਕ ਕਾਲਜਿਸ ਦਾ ਤੁਹਾਨੂੰ ਸਮਝਣਾ ਪੈਣਾ। ਜੇ ਉਹਨੂੰ ਸਮਝੋਗੇ ਤਾਂ ਹਾਲਾਤ ਆਟੋਮੈਟਿਕਲੀ ਤੁਹਾਡੇ ਪਕੜ 'ਚ ਆਉਣੇ ਸ਼ੁਰੂ ਹੋ ਜਾਣਗੇ, ਕਿਉਂਕਿ ਤੁਹਾਨੂੰ ਸਮਝ ਲੱਗਣੀ ਸ਼ੁਰੂ ਹੋ ਜੂਗੀ। ਪਰ ਕੈਨੇਡਾ ਦੇ ਨਾਂ ਦੇ ਉੱਤੇ ਤਾਂ ਸਾਡਾ ਦਿਮਾਗ ਬੰਦ ਹੋ ਜਾਂਦਾ, ਅਸੀਂ ਸੋਚਣਾ ਹੀ ਬੰਦ ਕਰ ਦਿੰਦੇ ਹਾਂ, ਅਸੀਂ ਸਿਰਫ ਦਿਲ ਤੋਂ ਕੰਮ ਲੈਂਦੇ ਹਾਂ। ਸਾਨੂੰ ਇਹ ਲੱਗਦਾ ਅਸੀਂ ਪੱਟੇ ਗਏ। ਐਸਾ ਕੁਛ ਨਹੀਂ ਹੈ ਦੋਸਤੋ। ਹਰ ਚੀਜ਼ ਨੂੰ ਸੰਭਲਣ ਨੂੰ, ਜਿਹੜੀ ਚੀਜ਼ ਇੰਨੀ ਡਿਸਟਰਬ ਚੱਲ ਰਹੀ ਆ ਪਿਛਲੇ 1 ਸਾਲ ਤੋਂ, ਉਹਨੂੰ ਸੰਭਲਣ ਨੂੰ ਸਮਾਂ ਤਾਂ ਲੱਗੂਗਾ ਨਾ। ਤੁਸੀਂ ਆਪਦੇ ਘਰ 'ਚੋਂ ਹੀ ਇੱਕ ਐਗਜ਼ਾਮਪਲ ਲਓ। ਹੁਣ ਮੇਰਾ ਬਿਜ਼ਨਸ ਸੀ, ਮੇਰੇ ਆਇਲਸ ਇੰਸਟੀਚਿਊਟ ਚੱਲ ਰਹੇ ਸੀ, ਗਵਰਨਮੈਂਟ ਨੇ ਪਹਿਲਾਂ 9 ਮਹੀਨੇ ਬੰਦ ਰੱਖੇ, ਹੁਣ ਫਿਰ ਸਾਨੂੰ ਇੰਸਟਰਕਸ਼ਨਸ ਆ ਗਈਆਂ ਬੰਦ ਕਰੋ। ਹੁਣ ਜਦੋਂ ਮੈਂ ਦੁਬਾਰੇ 9 ਮਹੀਨੇ ਤੋਂ ਬਾਅਦ ਦੁਬਾਰੇ ਸ਼ੁਰੂ ਕੀਤੇ, ਉਹ ਕਿਤੇ ਇੱਕਦਮ ਸ਼ੁਰੂ ਹੋ ਗਏ, ਹੌਲੀ ਤਰੀਕੇ ਨਾਲ ਸ਼ੁਰੂ ਹੋਏ। ਆਈ ਹੁਣ ਫਿਰ ਜਦੋਂ ਤੁਸੀਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋਗੇ ਨਾ, ਇਹਨਾਂ ਸਮਝਦਾਰੀ ਨਾਲ ਇਹਨਾਂ ਚੀਜ਼ਾਂ ਦੇ ਉੱਤੇ ਪਕੜ ਬਣਾਓਗੇ, ਫਿਰ ਤੁਹਾਨੂੰ ਆਟੋਮੈਟਿਕਲੀ ਨੇਚਰ ਆਫ ਵਰਕ ਹਾਈ ਕਮਿਸ਼ਨ ਦਾ ਸਮਝ ਲੱਗੂਗਾ। ਉਹ ਵੀ ਕਸੂਰਵਾਰ ਨਹੀਂ ਹੈ, ਉਹਨਾਂ ਕੋਲੇ ਸਟਾਫ ਨਹੀਂ ਆ ਕੰਮ ਕਰਨ ਨੂੰ। ਉਹਨਾਂ ਨੂੰ ਆਪ ਨੂੰ ਅੱਧੀਆਂ ਗੱਲਾਂ ਦਾ ਉਦੋਂ ਪਤਾ ਲੱਗਦਾ ਜਦੋਂ ਭਾਣਾ ਵਾਪਰ ਜਾਂਦਾ। ਉਹ ਵਿਚਾਰੇ ਫਿਰ ਇੰਸਟਰਕਸ਼ਨਸ ਜਾਰੀ ਕਰਦੇ ਨੇ, ਚਾਹੇ ਟਵੀਟ ਕਰਕੇ ਕਰਨ, ਚਾਹੇ ਈਮੇਲਾਂ ਕਰਕੇ ਕਰਨ। ਉਦੋਂ ਤੱਕ ਸਾਡੇ ਕੁਝ ਬੱਚਿਆਂ ਦਾ ਨੁਕਸਾਨ ਹੋ ਜਾਂਦਾ, ਪਰ ਉਹ ਨੁਕਸਾਨ ਹੁਣ ਆਪਾਂ ਨੂੰ ਆਪ ਨੂੰ ਹੀ ਝੱਲਣਾ ਪੈਣਾ। ਉਹਦਾ ਕੋਈ ਹੱਲ ਨਹੀਂ ਹੈ। ਕਿਉਂ ਸਾਡੀ ਕਿਸੇ ਨੇ ਗੱਲ ਸੁਣੀ, ਅਸੀਂ 에ਅਰਲਾਈਨਾਂ ਦੇ ਖਿਲਾਫ ਮੁਰਦਾਬਾਦ ਜਿੰਦਾਬਾਦ ਗਿਆ, ਅਗਲੇ ਨੇ ਗੱਲ ਨਹੀਂ ਸੁਣੀ ਸਾਡੀ। ਸੁਣ ਵੀ ਨਹੀਂ ਸਕਦੇ ਉਹ ਤਾਂ ਕਰਿੰਦੇ ਨੇ। ਇਮੀਗ੍ਰੇਸ਼ਨ ਦੇ ਕਿਸੇ ਇਮੀਗ੍ਰੇਸ਼ਨ ਕਮਿਸ਼ਨਰ ਥੋੜ੍ਹੀ, ਉੱਥੇ ਕੌਂਸੂਲੇਟ ਥੋੜ੍ਹੀ ਬੈਠਾ ਆ, ਉੱਥੇ ਕੋਈ 에ਅਰਲਾਈਨ ਦਾ ਮਾਲਕ ਥੋੜ੍ਹੀ ਬੈਠਾ ਆ। ਉੱਥੇ ਤਾਂ ਵਿਚਾਰੇ ਐਮਪਲੋਈ ਨੇ। ਉਹ ਤੁਹਾਨੂੰ ਜਦੋਂ ਉੱਪਰੋਂ ਇੰਸਟਰਕਸ਼ਨ ਜਿਹੜੀਆਂ ਆ ਗਈਆਂ ਉਹਨਾਂ ਨੂੰ ਉਹ ਫੋਲੋ ਕਰਨੀਆਂ ਪੈਣੀਆਂ ਨੇ। ਸੋ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਸਮਝ ਕੇ ਸਮਝਦਾਰੀ ਨਾਲ ਆਪਾਂ ਅਬਜ਼ਰਵ ਕਰਾਂਗੇ ਨਾ ਵੀ ਇਹ ਚੱਲ ਕੀ ਰਿਹਾ, ਫਿਰ ਆਪਣਾ ਕੰਮ ਥੋੜ੍ਹਾ ਜਿਹਾ ਲੀਏ ਚੜੂਗਾ। ਕਿਉਂਕਿ ਬਾਹਰ ਜਿਹੜਾ ਕੁਛ ਡਿਸਟਰਬ ਹੁੰਦਾ ਉਹ ਤਾਂ ਉਵੇਂ ਹੀ ਚੱਲਦਾ ਰਹਿਣਾ ਹੁੰਦਾ। ਇੰਟਰਨਲੀ ਆਪਾਂ ਨੂੰ ਆਪਦੇ ਆਪ ਨੂੰ ਗੁਣੀਆਂ 'ਚ ਲੈ ਕੇ ਆਉਣਾ ਪੈਣਾ। ਅਸੀਂ ਆਪ ਹੀ ਬਹੁਤ ਜ਼ਿਆਦਾ ਡਿਸਟਰਬ ਹਾਂ।
ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਅਸੀਂ ਇਸ ਡਿਸਟਰਬੈਂਸ ਨੂੰ ਓਵਰਕਮ ਕਿਵੇਂ ਕਰੀਏ। ਇਹ ਓਵਰਕਮ ਉਦੋਂ ਹੋਣੀਆਂ ਜਦੋਂ ਅਸੀਂ ਨੇਚਰ ਆਫ ਵਰਕ ਨੂੰ ਸਮਝਾਂਗੇ, ਜਦੋਂ ਅਸੀਂ ਇਸ ਚੀਜ਼ ਨੂੰ ਸਮਝਾਂਗੇ ਕਿ ਟੈਕਨੀਕਲੀ ਕੋਈ ਵੀ ਕਾਲਜ ਯੂਨੀਵਰਸਿਟੀ ਇੰਨਾ ਸਟਰੋਂਗ ਨਹੀਂ ਸੀ ਕਿ ਉਹ ਓਨੀਆਂ ਹੀ ਐਟ ਪਰ ਸਰਵਿਸਿਜ਼ ਦਿੰਦਾ ਜਿੰਨੀਆਂ ਉਹ ਪਹਿਲਾਂ ਇਨ ਪਰਸਨ ਦਿੰਦਾ ਸੀ। ਪਿਛਲੇ 10-10 ਸਾਲ ਤੋਂ ਹਰ ਕਾਲਜ ਇਨ ਪਰਸਨ ਸਰਵਿਸਿਜ਼ ਦੇ ਰਿਹਾ ਸੀ, ਇੱਕੋ ਦਮ ਹਾਲਾਤ ਬਦਲੇ, ਉਹਨਾਂ ਨੂੰ ਆਨਲਾਈਨ ਸਰਵਿਸਿਜ਼ ਦੇਣੀਆਂ ਪੈ ਗਈਆਂ। ਹੁਣ ਉਹਨਾਂ ਦੇ ਸਰਵਰ ਵੀ ਡਾਊਨ ਹੋਣਗੇ, ਉਹਨਾਂ ਤੋਂ ਈਮੇਲਸ ਵੀ ਸਕਿਪ ਹੋਣਗੀਆਂ, ਉਹਨਾਂ ਨੂੰ ਰਿਪਲਾਈ ਕਰਨ 'ਚ ਵੀ ਟਾਈਮ ਲੱਗੂਗਾ। ਇਹਨਾਂ ਚੀਜ਼ਾਂ ਨੂੰ ਸਮਝੋ। ਹਾਈ ਕਮਿਸ਼ਨ ਦੇ ਵਿੱਚ ਉਹ ਕਹਿੰਦੇ ਅਸੀਂ ਬਹੁਤ ਘੱਟ % ਇੰਪਲੋਈਜ਼ ਨਾਲ ਕੰਮ ਕਰ ਰਹੇ ਹਾਂ। ਜੇ ਕਿ 100 ਬੰਦਾ ਕੰਮ ਕਰਦਾ ਸੀ, ਅੱਜ ਸਾਡੇ ਕੋਲੇ 10 ਬੰਦੇ ਕੰਮ ਕਰਦੇ ਨੇ। ਕੇਸ ਪਾਇਲ ਅਪ ਹੋਏ ਸੀ ਲਗਾਤਾਰ, ਉਹ ਕਹਿੰਦੇ ਅਸੀਂ ਕੱਢਦੇ ਹੀ ਕੱਢਾਂਗੇ। ਇਹ ਦੱਸਤਾ ਉਹਨਾਂ ਨੇ, ਇਸ ਤੋਂ ਬਾਅਦ ਉਹ ਕੁਝ ਨਹੀਂ ਦੱਸਣਗੇ। ਤੁਸੀਂ ਆਪਦੇ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਚਾਹੇ 100 ਵਾਰ ਕਾਲ ਕਰਕੇ ਇਹ ਚੀਜ਼ ਪੁੱਛੋ ਵੀ ਕਦੋਂ ਹੋਊਗਾ, ਭਾਵੇਂ ਇੱਕ ਵਾਰ ਕਾਲ ਕਰਕੇ ਪੁੱਛੋ, ਚਾਹੇ ਤੁਸੀਂ ਇਸ ਚੀਜ਼ ਨੂੰ ਸਮਝ ਲਓ ਵੀ ਜਦੋਂ ਨਿਕਲਣਾ ਹੈ ਉਦੋਂ ਹੀ ਨਿਕਲਣਾ, ਐਂਡ ਜਦੋਂ ਨਿਕਲਣੇ ਸ਼ੁਰੂ ਹੋ ਗਏ ਸਾਨੂੰ ਆਟੋਮੈਟਿਕਲੀ ਪਤਾ ਲੱਗ ਜਾਣਾ। ਇਹ ਮੇਰੀ ਬੇਨਤੀ ਹੈ ਦੋਸਤੋ, ਪੈਨਿਕ ਦਾ ਮਾਹੌਲ ਨਾ ਕ੍ਰੀਏਟ ਕਰੀਏ। ਇਹਦੇ ਵਿੱਚ ਸਾਡਾ ਨੁਕਸਾਨ ਹੋਊਗਾ, ਇਹਦੇ ਵਿੱਚ ਸਾਡਾ ਫਾਈਨੈਂਸ਼ੀਅਲੀ ਤੇ ਮੈਂਟਲੀ ਫਿਜ਼ੀਕਲੀ ਅਸੀਂ ਹਰ ਪੱਖ ਤੋਂ ਆਪਦੇ ਆਪ ਦਾ ਲੋਸ ਕਰਵਾ ਰਹੇ ਹਾਂ। ਸੋ ਥੋੜ੍ਹਾ ਜਿਹਾ ਹੌਸਲਾ ਬਣਾ ਕੇ ਰੱਖੋ, ਥੋੜ੍ਹਾ ਜਿਹਾ ਠਰਮਾ ਬਣਾ ਕੇ ਰੱਖੋ, ਹਾਲਾਤ ਸੁਧਰਨਗੇ, ਸਮਾਂ ਫਿਰ ਦੁਬਾਰੇ ਨੋਰਮਲ ਵੱਲ ਨੂੰ ਜਾਊਗਾ। ਜਿੰਨਾ ਟਾਈਮ ਨੋਰਮਲ ਨਹੀਂ ਹੁੰਦਾ ਉਹਨਾਂ ਚਿਰ ਸਾਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਕਰਕੇ ਹੀ ਅੱਗੇ ਵਧਣਾ ਪਊਗਾ। ਇੰਨਾ ਕਹਿੰਦਾ ਖਿਮਾ ਦਾ ਜੱਚਕਾਂ ਦੋਸਤੋ, ਧੰਨਵਾਦ।